ਜਿਹੜਾ ਸੈਲਰੀ ਵਾਲੇ ਮਾਮਲੇ ਦੇ ਉੱਤੇ ਪੈਨਸ਼ਨ ਦੇ ਮਾਮਲੇ ਦੀ ਗੱਲ ਕੀਤੀ ਜਾਵੇ ਕਾਫੀ ਗਹਿਮਾ ਗਹਿਮੇ ਹੋ ਗਈ। ਸੀਐਮ ਮਾਨ ਤੇ ਪ੍ਰਤਾਪ ਬਾਜਵਾ ਸੀਐਲਪੀ ਲੀਡਰ ਆਪੋ ਸਾਹਮਣੇ ਹੋ ਗਏ। ਮਾਨ ਸਾਹਿਬ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਨੂੰ ਇੰਨੀ ਸੈਲਰੀ ਮਿਲਣੀ ਹੈ, ਫਿਕਸਡ ਸੈਲਰੀ ਮਿਲਣੀ ਹੈ, ਇਟ ਮੀਨਸ ਤੁਹਾਡੀ ਵਿਲਿੰਗਨੈਸ ਹੈ ਤੁਸੀਂ ਆਪਦਾ ਨੋਮੀਨੇਸ਼ਨਸ ਫਾਈਲ ਕਰਨਾ। ਜੇ ਤੁਸੀਂ ਨੋਮੀਨੇਸ਼ਨਸ ਉਸ ਚੀਜ਼ ਨੂੰ ਅਸੈਪਟ ਕਰਕੇ ਫਾਈਲ ਕਰਤੇ, ਕੈਂਡੀਡੇਟ ਬਣ ਗਏ, ਫਿਰ ਐਮਐਲਏ ਬਣ ਗਏ, ਤਾਂ ਫਿਰ ਸਟੈਂਡ ਰਹੋ ਨਾ ਉਹਦੇ ਤੇ। ਜਦੋਂ ਅਸੀਂ ਆਏ ਸੇਵਾ ਵਾਸਤੇ ਤੇ ਫਿਰ ਸਾਨੂੰ ਜੋ ਮਿਲ ਰਿਹਾ ਸੀ ਉਸੇ 'ਚ ਸੈਟੀਸਫਾਈਡ ਆ, ਕਿਉਂਕਿ ਸਾਨੂੰ ਪਤਾ ਸੀਗਾ ਚਾਹੇ ਮੈਂ ਬਾਜਵਾ ਸਾਹਿਬ ਨੇ ਈਵਨ ਕਿ ਸੀਐਮ ਸਾਹਿਬ ਨੇ ਪਤਾ ਹੈ ਵੀ ਆਹ ਸੈਲਰੀ ਮਿਲਣੀ ਹੈ, ਆਹ ਪੈਨਸ਼ਨ ਮਿਲਣੀ ਹੈ। ਸੈਟੀਸਫੈਕਸ਼ਨ ਹੈ, ਸੇਵਾ ਕਰਨ ਵਾਸਤੇ ਆਏ ਹਾਂ, ਇਮਾਨਦਾਰੀ ਨਾਲ ਕਰਾਂਗੇ, ਇਮਾਨਦਾਰੀ ਨਾਲ ਕਰ ਰਹੇ ਹਾਂ, ਜੋ ਮਿਲੇਗਾ ਉਸੇ 'ਚ ਗੁਜ਼ਾਰਾ ਕਰਾਂਗੇ। ਕਰਜ਼ੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬਹਿਸ ਇਸ ਬਜਟ ਸੈਸ਼ਨ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੀ ਹੈ। ਕਿਹਾ ਗਿਆ ਕਿ ਪਰਸੈਂਟੇਜ ਘਟਾ ਦਿੱਤੀ ਗਈ ਹੈ, ਪਰ 3% ਜਿਹੜਾ ਹੈ ਕਰਜ਼ਾ ਹਾਲੇ ਵੀ ਲੈਣ ਦੀ ਗੱਲ ਆਖੀ ਜਾ ਰਹੀ ਹੈ। ਆਪੋਜੀਸ਼ਨ ਦੇ ਸੁਣਨ ਦੇ ਵਿੱਚ ਫਰਕ ਆਇਆ ਜਾਂ ਉਹਨਾਂ ਨੂੰ ਉਹ ਸਮਝ ਨਹੀਂ ਸਕੇ। ਇਨਫੈਕਟ ਕੀ ਹੈ ਕਿ 4% ਤੱਕ ਰੱਖਿਆ ਗਿਆ ਜੀ। ਖਹਿਰਾ ਸਾਹਿਬ ਨੇ ਸਵਾਲ ਚੱਕਿਆ ਸੀ ਵੀ 2.5% ਤੋਂ 4%, ਯਾਨੀ ਕਿ ਤੁਸੀਂ ਕਰਜ਼ਾ ਲਓਗੇ ਜੀ। ਪ੍ਰੋਵੀਜ਼ਨ ਰੱਖੀ ਗਈ ਹੈ, ਇਹ ਨਹੀਂ ਕਿਹਾ ਕਿ ਲਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਅੱਜ ਵਿਧਾਨ ਸਭਾ ਸੈਸ਼ਨ ਦੀ ਪ੍ਰਕਿਰਿਆ ਦਾ ਆਖਰੀ ਦਿਨ ਸੀਗਾ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐਮਐਲਏਸ ਕਾਫੀ ਖੁਸ਼ ਵੀ ਨਜ਼ਰ ਆਏ ਅਤੇ ਬਜਟ ਦੇ ਵਿੱਚ ਜਦੋਂ ਬਿੱਲ ਪਾਸ ਕੀਤੇ ਗਏ, ਮਤੇ ਪਾਸ ਕੀਤੇ ਗਏ, ਤਾਂ ਸਹਿਮਤੀ ਜਤਾਉਂਦੇ ਵੀ ਨਜ਼ਰ ਆਏ। ਇਸ ਬਾਬਤ ਸਾਡੇ ਨਾਲ ਅੱਜ ਗੱਲ ਕਰਨੀ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਤ ਦਈਆ ਸਾਡੇ ਨਾਲ। ਤੋਂ ਦਈਆ ਸਾਹਿਬ, ਕਿੱਦਾਂ ਦੇਖਦੇ ਹੋ ਅੱਜ ਦੀ ਜਿਹੜੀ ਬਜਟ ਸੈਸ਼ਨ ਦੀ ਕਾਰਵਾਈ ਨੂੰ, ਕਿਉਂਕਿ ਕਾਫੀ ਗਹਿਮਾ ਗਹਿਮੀ ਵੀ ਜਿਹੜੀ ਜ਼ਰੂਰ ਦੇਖਣ ਨੂੰ ਮਿਲੀ ਇਸ ਸੈਸ਼ਨ ਦੇ ਵਿੱਚ? ਦੇਖੋ, ਐਤਕੀ ਜਿਹੜਾ ਸੈਸ਼ਨ ਸੀ ਬੜਾ ਸਮੂਥਲੀ ਚੱਲਿਆ। ਆਨਰੇਬਲ ਸਪੀਕਰ ਸਾਹਿਬ ਨੇ ਧੰਨਵਾਦ ਵੀ ਕੀਤਾ ਔਰ ਉਹਨਾਂ ਨੇ ਖੁਸ਼ੀ ਵੀ ਪ੍ਰਗਟਾਈ ਹੈ। ਔਰ ਮੇਰਾ ਖਿਆਲ ਹੈ ਕਿ ਜਿੰਨਾ ਕੁ ਸਾਡੇ ਸਾਰੇ ਆਲ ਓਵਰ ਮੈਂਬਰਸ, ਚਾਹੇ ਉਹ ਕਿਸੇ ਵੀ ਪਾਰਟੀ ਦੇ ਸੀ, ਸਾਰਿਆਂ ਨੇ ਕੋਆਪਰੇਟ ਕੀਤਾ। ਮਾੜੀ ਮੋਟੀ ਨੋਕ ਝੋਕ ਤਾਂ ਚੱਲਦੀ ਰਹਿੰਦੀ ਹੈ। ਪਰ ਸੈਲਰੀ ਨੂੰ ਲੈ ਕੇ ਅੱਜ ਜਿਹੜਾ ਸੈਲਰੀ ਵਾਲੇ ਮਾਮਲੇ ਦੇ ਉੱਤੇ ਪੈਨਸ਼ਨ ਦੇ ਮਾਮਲੇ ਦੀ ਗੱਲ ਕੀਤੀ ਜਾਵੇ ਕਾਫੀ ਗਹਿਮਾ ਗਹਿਮੇ ਹੋ ਗਏ। ਸੀਐਮ ਮਾਨ ਤੇ ਪ੍ਰਤਾਪ ਬਾਜਵਾ ਸੀਐਲਪੀ ਲੀਡਰ ਆਪੋ ਸਾਹਮਣੇ ਹੋ ਗਏ। ਕਿੱਦਾਂ ਦੇਖਦੇ ਹੋ ਉਸ ਨੂੰ? ਸਰ, ਗੱਲ ਇੱਦਾਂ ਹੈ ਕਿ ਵਨ ਟੈਨਿਓਰ ਵਨ ਪੈਨਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਕੰਪੇਨ 'ਚ ਵੀ ਸੀਗੀ। ਹੁਣ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰਨਾ ਸੀ। ਮਾਨ ਸਾਹਿਬ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਨੂੰ ਇੰਨੀ ਸੈਲਰੀ ਮਿਲਣੀ ਹੈ, ਫਿਕਸਡ ਸੈਲਰੀ ਮਿਲਣੀ ਹੈ, ਇਟ ਮੀਨਸ ਤੁਹਾਡੀ ਵਿਲਿੰਗਨੈਸ ਹੈ, ਤਾਂ ਹੀ ਤੁਸੀਂ ਆਪਦਾ ਨੋਮੀਨੇਸ਼ਨਸ ਫਾਈਲ ਕੀਤਾ ਨਾ। ਜੇ ਤੁਸੀਂ ਨੋਮੀਨੇਸ਼ਨਸ ਉਸ ਚੀਜ਼ ਨੂੰ ਅਸੈਪਟ ਕਰਕੇ ਫਾਈਲ ਕਰਤੇ, ਕੈਂਡੀਡੇਟ ਬਣ ਗਏ, ਫਿਰ ਐਮਐਲਏ ਬਣ ਗਏ, ਤਾਂ ਫਿਰ ਸਟੈਂਡ ਰਹੋ ਨਾ ਉਹਦੇ ਤੇ। ਉਹ ਬਾਜਵਾ ਸਾਹਿਬ ਇਹ ਕਹਿੰਦੇ ਨਜ਼ਰ, ਕਹਿੰਦੇ ਮੈਂ ਤਾਂ ਆਪਣੀ ਤਨਖਾਹ ਦੀ ਗੱਲ ਕੀਤੀ ਨਹੀਂ, ਕਹਿੰਦੇ ਮੈਨੂੰ ਤਾਂ ਉਸ ਚੀਜ਼ ਦਾ ਮੁੱਦਾ ਹੀ ਨਹੀਂ ਸੀਗਾ, ਕਹਿੰਦੇ ਮੈਂ ਤਾਂ ਬਾਕੀ ਐਮਐਲਏਸ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਸ਼ਾਇਦ ਆਰਥਿਕ ਸਥਿਤੀ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ। ਜਦੋਂ ਅਸੀਂ ਆਏ ਸੇਵਾ ਵਾਸਤੇ ਤੇ ਫਿਰ ਸਾਨੂੰ ਜੋ ਮਿਲ ਰਿਹਾ ਸੀ ਉਸੇ 'ਚ ਸੈਟੀਸਫਾਈਡ ਆ, ਕਿਉਂਕਿ ਸਾਨੂੰ ਪਤਾ ਸੀਗਾ ਚਾਹੇ ਮੈਂ ਬਾਜਵਾ ਸਾਹਿਬ ਨੇ ਈਵਨ ਕਿ ਸੀਐਮ ਸਾਹਿਬ ਨੇ ਪਤਾ ਹੈ ਵੀ ਆਹ ਸੈਲਰੀ ਮਿਲਣੀ ਹੈ ਤੇ ਆਹ ਪੈਨਸ਼ਨ ਮਿਲਣੀ ਹੈ। ਉਹ ਸਾਰਿਆਂ ਕੁਝ ਪਤਾ ਹੋਣ ਦੇ ਬਾਅਦ ਫਿਰ ਅਸੀਂ ਇਲੈਕਸ਼ਨ 'ਚ ਵੀ ਆਏ ਹਾਂ। ਅੱਜ ਐਮਐਲਏ ਬਣ ਕੇ ਮਾਨ ਸਾਹਿਬ, ਸੀਐਮ ਸਾਹਿਬ ਨੇ ਔਰ ਸਾਡੇ ਔਰ ਕਲੀਗਸ ਮਿਨਿਸਟਰ ਸਾਹਿਬ ਨੇ, ਬਾਜਵਾ ਸਾਹਿਬ, ਐਲਓਪੀ ਸਾਹਿਬ ਨੇ, ਇਟ ਮੀਨਸ ਸਾਨੂੰ ਪਤਾ ਸੀ ਨਾ, ਫਿਰ ਅਸੀਂ ਉਹਦੇ ਤੋਂ ਭੱਜ ਕਿਉਂ ਰਹੇ? ਸੈਟੀਸਫੈਕਸ਼ਨ ਹੈ, ਸੇਵਾ ਕਰਨ ਵਾਸਤੇ ਆਏ ਹਾਂ, ਇਮਾਨਦਾਰੀ ਨਾਲ ਕਰਾਂਗੇ, ਇਮਾਨਦਾਰੀ ਨਾਲ ਕਰ ਰਹੇ ਹਾਂ, ਜੋ ਮਿਲੇਗਾ ਉਸੇ 'ਚ ਗੁਜ਼ਾਰਾ ਕਰਾਂਗੇ। ਦਈਆ ਸਾਹਿਬ, ਇੱਕ ਹੋਰ ਜਿਹੜੇ ਅੱਜ ਕਰਜ਼ੇ ਦੀ ਗੱਲ ਕੀਤੀ ਗਈ ਹੈ, ਹਾਲਾਂਕਿ 3.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਅਕਸਰ ਦੱਸਿਆ ਜਾਂਦਾ ਪੰਜਾਬ ਦੇ ਉੱਤੇ ਹੈਗਾ, ਪਰ ਅੱਜ ਕਰਜ਼ੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬਹਿਸ ਇਸ ਬਜਟ ਸੈਸ਼ਨ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੀ ਹੈ। ਕਿਹਾ ਗਿਆ ਕਿ ਪਰਸੈਂਟੇਜ ਘਟਾ ਦਿੱਤੀ ਗਈ ਹੈ, ਪਰ 3% ਜਿਹੜਾ ਹੈ ਕਰਜ਼ਾ ਹਾਲੇ ਵੀ ਲੈਣ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ। ਉਹ ਇੱਦਾਂ ਹੈ ਜੀ, ਸ਼ਾਇਦ ਆਪੋਜੀਸ਼ਨ ਦੇ ਸੁਣਨ ਦੇ ਵਿੱਚ ਫਰਕ ਆਇਆ ਜਾਂ ਉਹਨਾਂ ਨੂੰ ਉਹ ਸਮਝ ਨਹੀਂ ਸਕੇ। ਇਨਫੈਕਟ ਕੀ ਹੈ ਕਿ 4% ਤੱਕ ਰੱਖਿਆ ਗਿਆ ਜੀ। ਖਹਿਰਾ ਸਾਹਿਬ ਨੇ ਸਵਾਲ ਚੱਕਿਆ ਸੀ ਵੀ 2.5% ਤੋਂ 4%, ਯਾਨੀ ਕਿ ਤੁਸੀਂ ਕਰਜ਼ਾ ਲਓਗੇ ਜੀ। ਪ੍ਰੋਵੀਜ਼ਨ ਰੱਖੀ ਗਈ ਹੈ, ਇਹ ਨਹੀਂ ਕਿਹਾ ਕਿ ਲਵਾਂਗੇ। ਵਿੱਤ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਇਹਨੂੰ 3% ਤੋਂ ਜ਼ਿਆਦਾ ਨਹੀਂ ਵਧਾਂਗੇ, ਔਰ ਇਹ ਗਾਈਡਲਾਈਨਸ ਨੇ ਸੈਂਟਰਲ ਗਵਰਨਮੈਂਟ ਦੀਆਂ ਸੂਬੇ ਨੂੰ ਚਲਾਉਣ ਵਾਸਤੇ, ਇਨਫਰਾਸਟ੍ਰਕਚਰ ਵਾਸਤੇ, ਸਟੇਟ ਦੀ ਡਿਵੈਲਪਮੈਂਟ ਵਾਸਤੇ,
ਆਰਬੀਆਈ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਜੀ। ਅਸੀਂ ਆਰਬੀਆਈ ਦੀ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਹਾਂ। ਸੈਂਟਰਲ ਗਵਰਨਮੈਂਟ ਦੀਆਂ ਜਿਹੜੀਆਂ ਕਿ ਸਟੇਟਸ ਨੂੰ ਜਿਹੜੀਆਂ ਉਹਨਾਂ ਨੇ ਗ੍ਰਾਂਟਸ ਜਾਂ ਜੋ ਉਹਨਾਂ ਨੇ ਫਾਈਨੈਂਸ਼ੀਅਲ ਏਡ ਦੇਣੀ ਹੈ ਅਸੀਂ ਉਹਨੂੰ ਫੋਲੋ ਕਰ ਰਹੇ ਹਾਂ। ਅਸੀਂ ਉਹਦੇ ਤੇ ਐਕਸੈਸ ਨਹੀਂ ਜਾ ਰਹੇ ਔਰ ਅਸੀਂ ਕੋਸ਼ਿਸ਼ ਕਰਾਂਗੇ ਔਰ ਸਦਨ ਦੇ ਵਿੱਚ ਔਨ ਰਿਕਾਰਡ ਵਿੱਤ ਮੰਤਰੀ ਸਾਹਿਬ ਨੇ ਗੱਲ ਕੀਤੀ ਕਿ ਅਸੀਂ 3% ਤੱਕ ਜਾਵਾਂਗੇ ਔਰ ਉਹ ਵੀ ਜੇ ਜ਼ਰੂਰਤ ਪਈ ਤਾਂ ਔਰ ਦੇਖੋ ਅਸੀਂ ਜਿਹੜਾ ਹੈਗਾ ਕਰਜ਼ਾ ਮੋੜ ਰਹੇ ਹਾਂ। 8,000 ਕਰੋੜ ਕਰਜ਼ਾ ਲਿਆ ਸੀ, 10,500 ਕਰੋੜ ਮੁੜਿਆ। 2500 ਕਰੋੜ 3 ਮਹੀਨਿਆਂ ਦੇ ਵਿੱਚ ਸਰਕਾਰ ਨੇ ਜਨਰੇਟ ਕਰਕੇ ਕਮਾਈ ਕਰਾਂਗੇ ਨਾ ਜਦੋਂ ਆਪਾਂ 2500 ਆ ਗਿਆ ਉਹ ਵਾਪਸ ਮੁੜਿਆ। ਦੇਖिए साहब ਇਹ एक ਤੋਂ ਪਹਿਲਾਂ ਆਪੋਜੀਸ਼ਨ ਮੋੜਦੇ ਨਹੀਂ ਸੀਗੇ। ਆਪੋਜੀਸ਼ਨ ਇਸ ਗੱਲ ਤੇ ਵੀ ਸਵਾਲ ਚੱਕਦੀ ਨਜ਼ਰ ਆ ਰਹੀ ਹੈ। ਕਹਿੰਦੇ ਕਿ ਇੱਕ ਪਾਸੇ ਤਾਂ ਪੈਸੇ ਬਚਾਉਣ ਦੀ ਗੱਲ ਕਰਦੇ, ਇੱਕ ਪੈਨਸ਼ਨ ਇੱਕ ਐਮਐਲਏ ਇੱਕ ਪੈਨਸ਼ਨ ਦੀ ਗੱਲ ਕਰਕੇ 19 ਕਰੋੜ ਬਚਾਉਣ ਦੀ ਗੱਲ ਕਰਦੇ, ਉੱਥੇ ਦੂਜੇ ਪਾਸੇ 25-30 ਕਰੋੜ ਰੁਪਏ 40 ਕਰੋੜ ਰੁਪਏ ਐਡਵਰਟਾਈਜ਼ਮੈਂਟ ਉੱਤੇ ਦੂਜੇ ਸੂਬਿਆਂ 'ਚ ਖਰਚਿਆ ਜਾਂਦਾ। ਐਡਵਰਟਾਈਜ਼ਮੈਂਟ ਪਹਿਲੀ ਵਾਰੀ ਹੋਈ ਹੈ, ਮੈਂ ਤੁਹਾਡੇ ਤੋਂ ਹੀ ਪੁੱਛ ਲਾਂ। ਜੇ ਆਪਾਂ ਇਹਨਾਂ ਦੀਆਂ ਸਾਰਿਆਂ ਦੀ ਆਰਟੀਆਈਜ਼ ਲਾ ਲਈਏ ਤੇ ਇਹਨਾਂ ਨੂੰ ਪਤਾ ਲੱਗੇਗਾ ਕਿ ਸ਼ਾਇਦ ਅਸੀਂ ਤਾਂ 24-25 ਕਰੋੜ ਰੁਪਇਆ ਲਾਇਆ। ਮੇਰੇ ਖਿਆਲ ਇਹਨਾਂ ਦਾ ਤਾਂ ਬਜਟ ਸੈਕਿੰਡ ਤੇ ਜਾਊਗਾ। ਵੱਡੇ ਹੁਣ ਤੁਸੀਂ ਅੱਜ ਮਾਨ ਸਾਹਿਬ ਨੇ ਵੀ ਗੱਲ ਕੀਤੀ 36,000 ਨੌਕਰੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਫਾਈਲ ਜੀ ਅਸੀਂ ਤਾਂ ਚੱਲ ਰਹੇ ਨਾ ਪ੍ਰੋਸੈਸ ਦੇ ਵਿੱਚ। ਜੀ ਚੰਨੀ ਸਾਹਿਬ ਨੇ ਕੀ ਕੀਤਾ ਸੀ 36,000 ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ। ਬੜਾ 2 ਮਹੀਨੇ ਰੋਲਾ ਪਿੱਟਿਆ ਇਹਨਾਂ ਨੇ, ਢੰਡੋਰਾ ਪਿੱਟਿਆ। ਉਹ ਵੱਡੇ ਤੁਸੀਂ ਲੁਧਿਆਣੇ ਜਾਓ ਜਾਂ ਵੱਡੇ ਸ਼ਹਿਰਾਂ 'ਚ ਜਾਓ, ਵੱਡੇ ਜਿਹੜੀ ਕਮਰਸ਼ੀਅਲ ਸਾਈਟਸ ਨੇ, ਕਮਰਸ਼ੀਅਲ ਸਾਈਟਸ ਦੇ ਉੱਤੇ ਜਾ ਕੇ ਇਹਨਾਂ ਨੇ ਐਡਵਰਟਾਈਜ਼ਮੈਂਟ ਕਿਤੇ ਅਖਬਾਰਾਂ ਲੈਣਾ ਦੇਣਾ ਸਭ ਕੁਝ ਭਰਤਾ। ਔਰ ਜਦੋਂ ਇਲੈਕਸ਼ਨ ਨਜ਼ਦੀਕ ਆ ਗਿਆ, ਜਦੋਂ ਕੋਡ ਆਫ ਕੰਡਕਟ ਲੱਗਿਆ ਤਾਂ ਸ਼ਾਇਦ ਥੋੜ੍ਹਾ ਜਿਹਾ ਸਮਾਂ ਅੱਗੇ ਪਿੱਛੇ ਸੀ ਤੇ ਕੀ ਕਿਹਾ ਗਿਆ ਕਿ ਫਾਈਲ ਹਾਲੇ ਗਵਰਨਰ ਸਾਹਿਬ ਕੋਲ ਪੈਂਡਿੰਗ। ਹਾਲੇ ਜਿਹੜੀ ਚੀਜ਼ ਹੋਈ ਨਹੀਂ ਔਰ ਉਹਦੇ ਉੱਤੇ ਤੁਸੀਂ ਪਤਾ ਨਹੀਂ ਕਿੰਨਾ ਹੀ ਕਰੋੜਾਂ ਰੁਪਈਆ ਤੁਸੀਂ ਸਿਰਫ ਇੱਕ ਸ਼ੇਖੀ ਵਿਖਾਉਣ ਵਾਸਤੇ ਤੁਸੀਂ ਲਾਤਾ। ਕੀ ਇਹ ਜੈਨੂਇਨ ਸੀਗਾ? ਅਸੀਂ ਤਾਂ ਉਹਦੀ ਐਡ ਦੇ ਰਹੇ ਹਾਂ ਜਿਹੜੀ ਚੀਜ਼ ਹੋ ਗਈ ਹੈ। ਇੱਕ ਤੁਸੀਂ ਵੀ ਵਕੀਲ ਹੋ, ਤੁਹਾਡੇ ਹਿਸਾਬ ਨਾਲ ਜਿਹੜੀਆਂ ਅੜਚਨਾਂ ਦੀ ਗੱਲ ਸੀਐਮ ਮਾਨ ਨੇ ਕੀਤੀ ਹੈ ਕਿ ਹਾਈ ਕੋਰਟ ਦੇ ਵਿੱਚ ਜਿਹੜੇ ਸਾਡੇ ਏਜੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਊਗੀ। ਤਿੰਨ ਮੰਤਰੀ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ, ਏਜੀ ਨਾਲ ਮੁਲਾਕਾਤ ਕੀਤੀ ਜਾਏਗੀ। ਕਾਨੂੰਨੀ ਅੜਚਨਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਹੋਣ ਤੋਂ ਬਾਅਦ ਦਿੱਕਤ ਨਾ ਆਵੇ। ਤੁਸੀਂ ਵਕੀਲ ਹੋ, ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਿ ਉਹ ਅੜਚਨਾਂ ਕਿਸ ਤਰੀਕੇ ਦੀਆਂ ਹੋ ਸਕਦੀਆਂ ਨੇ, ਕਿੱਦਾਂ ਉਹ ਦੂਰ ਹੋ ਸਕਦੀਆਂ ਨੇ? ਤੁਹਾਡਾ ਅੰਦਾਜ਼ਾ ਕੀ ਕਹਿੰਦਾ? ਦੇਖੋ ਮੈਂ ਮਾਨ ਸਾਹਿਬ ਦੇ ਇਸ ਫੈਸਲੇ ਦਾ ਬਹੁਤ ਸਵਾਗਤ ਕਰਦਾ ਔਰ ਬਹੁਤ ਅੱਛੀ ਸੋਚ ਦੇ ਨਾਲ ਜਿਹੜੀ ਸਰਕਾਰ ਨੇ ਇਹ ਡਿਸੀਜਨ ਲਿਆ। ਪਹਿਲਾਂ ਕੀ ਹੁੰਦਾ ਸੀਗਾ ਕਿ ਡਿਸੀਜਨ ਲੈ ਲਿਆ, ਉਹਦੇ 'ਚ ਲੀਗਲ ਇਸ਼ੂਜ਼ ਕੀ ਨੇ, ਟੈਕਨੀਕਲਿਟੀਜ਼ ਕੀ ਨੇ, ਇਹਦੇ ਤੇ ਚਰਚਾ ਨਹੀਂ ਹੁੰਦੀ ਸੀ। ਬਾਅਦ ਦੇ ਵਿੱਚ ਕੀ ਹੁੰਦਾ ਸੀ, ਇਹ ਲੀਗਲ ਇਸ਼ੂਜ਼ ਜਾਂ ਟੈਕਨੀਕਲਿਟੀਜ਼ ਨੂੰ ਐਜ਼ ਏ ਲਕੂਨਾ ਛੱਡਿਆ ਜਾਂਦਾ ਸੀ ਵੀ ਅਸੀਂ ਬਿੱਲ ਬਣਾਤਾ, ਅਸੀਂ ਕਾਨੂੰਨ ਬਣਾਤਾ। ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਪਤਾ ਹੁੰਦਾ ਸੀ ਵੀ ਇਹ ਸਟੇ ਹੋ ਜਾਣੀ ਹੈ ਤੇ ਸਾਡੇ ਜਿਹੜਾ ਕੀ ਕਹਿੰਦੇ ਵੀ ਮਰਿਆ ਸੱਪਿਆ ਢੋਲ ਸੀ ਉਹ ਇਹ ਚੱਕ ਕੇ ਦੂਜੇ ਦੇ ਪਾ ਦਿੰਦੇ ਸੀ। ਅਸੀਂ ਕਰਤਾ ਜੀ, ਹੁਣ ਤਾਂ ਕੋਰਟ ਦੇਖ ਰਹੀ ਹੈ। ਇਹ ਜਾਣ ਬੁੱਝ ਕੇ ਉਹ ਜਿਹੜੀ ਆਪ ਕਾਨੂੰਨੀ ਬਿੱਲ ਹੁੰਦੇ ਸੀ ਉਹਨਾਂ ਨੂੰ ਲਿਟੀਗੇਸ਼ਨਸ ਦੇ ਵਿੱਚ ਪਾਉਂਦੇ ਸੀ। ਸਰਕਾਰ ਨੇ ਫੈਸਲਾ ਲਿਆ ਵੀ ਅਸੀਂ ਜੇ ਕੋਈ ਵੀ ਬਿੱਲ ਜਾਂ ਕਾਨੂੰਨ ਲੈ ਕੇ ਆਵਾਂਗੇ ਤੇ ਅਸੀਂ ਏਜੀ ਆਫਿਸ ਨੂੰ ਇਨਵੋਲਵ ਕਰਾਂਗੇ ਤਾਂ ਕਿ ਉਹਦੇ ਉੱਤੇ ਜਿਹੜੇ ਵੀ ਲੀਗਲ ਜਾਂ ਟੈਕਨੀਕਲਿਟੀਜ਼ ਹੈ ਤਾਂ ਕਿ ਕੱਲ੍ਹ ਨੂੰ ਕੋਈ ਲਕੂਨਾ ਨਾ ਰਹਿ ਜਾਏ। ਜੇ ਲਕੂਨਾ ਰਹਿ ਗਿਆ ਤੇ ਜਿਹੜੇ ਕੱਲ੍ਹ ਨੂੰ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਵਿਚਾਰੇ ਓਵਰਏਜ ਨਾ ਹੋ ਜਾਣ। ਇਸ ਕਰਕੇ ਇਹ ਡਿਸੀਜਨ ਲਿਆ ਗਿਆ। ਜੇ ਲੀਗਲ ਡਿਪਾਰਟਮੈਂਟ ਨੂੰ ਇਨਵੋਲਵ ਕਰਕੇ ਅਸੀਂ ਕੋਈ ਪਾਲਿਸੀਜ਼ ਬਣਾਵਾਂਗੇ ਤਾਂ ਬਟ ਨੈਚੁਰਲ ਹੈ ਕਿ ਉਹ ਲੀਗਲੀ ਇੱਕ ਜਿਹੜਾ ਹੈਗਾ ਇਨਫੋਰਸੇਬਲ ਹੋਗਾ, ਲੀਗਲੀ ਇੱਕ ਅੱਛਾ ਬਣੇਗਾ ਔਰ ਉਹਦੇ ਤੇ ਕੱਲ੍ਹ ਨੂੰ ਕੋਰਟ ਆਪਦਾ ਐਪਲੀਕੇਸ਼ਨ ਆਫ ਜੁਡੀਸ਼ੀਅਲ ਮਾਈਂਡ ਜਦੋਂ ਕਰੇਗੀ ਤਾਂ ਪਤਾ ਲੱਗੇਗਾ ਕੋਰਟ ਨੂੰ ਵੀ ਪਹਿਲੀ ਵਾਰ ਵਧੀਆ ਕਿ ਅੱਛੇ ਬਿੱਲ ਆਏ ਨੇ ਔਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਵੀ ਮਿਲਣ। ਅੱਜ ਤੁਸੀਂ ਆਪਣੇ ਫਿਰੋਜ਼ਪੁਰ ਦਿਹਾਤੀ ਦੇ ਕਾਫੀ ਮੁੱਦੇ ਚੱਕੇ, ਕਿਹੜੇ ਅਜਿਹੇ ਮੁੱਦੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਪਹਿਲ ਦੇ ਆਧਾਰ ਦੇ ਉੱਤੇ ਸਰਕਾਰ ਦਾ ਜਿਹੜੇ ਤੁਹਾਨੂੰ ਜਿਹੜੀਆਂ ਉਸ ਚੀਜ਼ ਦੇ ਬਾਰੇ ਗ੍ਰਾਂਟਸ ਦੇਣੀਆਂ ਚਾਹੀਦੀਆਂ ਜਾਂ ਫਿਰ ਸਰਕਾਰ ਉਸ ਚੀਜ਼ ਦੇ ਉੱਤੇ ਸਭ ਤੋਂ ਪਹਿਲਾਂ ਨਜ਼ਰ ਪਾਏ ਤਾਂ ਕਿ ਉਸ ਦੇ ਮਸਲੇ ਹੱਲ ਹੋ ਸਕਣ? ਦੇਖੋ ਮੁੱਦੇ ਇੱਕ ਤਾਂ ਸੀਗਾ ਮੇਰਾ ਪੀਜੀਆਈ ਦਾ। ਜੀ, ਪੀਜੀਆਈ ਮੇਰੇ ਹਲਕੇ ਦੇ ਵਿੱਚ ਬਣ ਰਿਹਾ। ਕਰੀਬ 10 ਸਾਲ ਪਹਿਲਾਂ ਇਹਦੀ ਅਨਾਉਂਸਮੈਂਟ ਹੋਈ ਸੀ, ਸੈਂਟਰ ਸਰਕਾਰ ਵੱਲੋਂ ਕੀਤੀ। ਸੈਂਟਰ ਸਰਕਾਰ ਸਾਡੇ ਵੀ ਇੱਕ ਐਮਐਲਏ ਸਾਹਿਬ ਸਤਿਕਾਰਯੋਗ ਜੋ ਹੁਣ ਸਾਬਕਾ ਨੇ ਉਹਨਾਂ ਨੇ ਬੜਾ ਬਖਾਨ ਕੀਤਾ ਵੀ ਮੈਂ ਇਹ ਲਿਆਇਆ ਉਹ ਲਿਆ। ਚਲੋ ਅਸੀਂ ਕਿਹਾ ਯਾਰ ਕੋਈ ਲੈ ਕੇ ਆਇਆ, ਲੋਕਾਂ ਨੂੰ ਸੁੱਖ ਸੁਵਿਧਾਵਾਂ ਮਿਲਣੀ ਚਾਹੀਦਾ। ਲੇਕਿਨ ਉਸ ਸਮੇਂ ਬੀਜੇਪੀ ਔਰ ਕਾਂਗਰਸ ਦਾ ਟਰਕਾਵ ਚੱਲਦਾ ਰਿਹਾ, ਕ੍ਰੈਡਿਟ ਵਾਰ ਚੱਲਦਾ ਰਿਹਾ। 10 ਸਾਲ ਕਰੀਬ ਲੰਘ ਗਏ, ਇੱਕ ਇੱਟ ਨਹੀਂ ਲੱਗੀ, ਸਿੰਗਲ ਇੱਟ ਨਹੀਂ ਲੱਗੀ। ਜਦੋਂ ਪਤਾ ਚੱਲਿਆ ਵੀ ਹੁਣ ਇਲੈਕਸ਼ਨ ਈਅਰ ਆ ਗਿਆ ਤੇ
ਹਬੜਾ ਦਬੜੀ 'ਚ ਜਾ ਕੇ ਉੱਥੇ ਨੀਂਹ ਪੱਥਰ ਵੀ ਰੱਖਤਾ, ਨੀਂਹ ਪੱਥਰ ਭੂਮੀ ਪੂਜਨ ਕਰਤਾ ਵੀ ਅਸੀਂ ਤਾਂ ਕੰਮ ਸ਼ੁਰੂ ਕਰਨ ਲੱਗੇ, ਕਿਉਂਕਿ ਇਲੈਕਸ਼ਨ ਟਾਈਮ ਆ ਗਿਆ ਸੀ ਵੀ ਹੁਣ ਲੋਕਾਂ ਨੂੰ ਜਵਾਬ ਵੀ ਦੇਣਾ ਸੀ। ਲੇਕਿਨ ਕੁਝ ਨਹੀਂ ਹੋਇਆ। ਅੱਜ ਮੈਂ ਸਿਰਫ ਨਰਿੰਦਰ ਮੋਦੀ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ, ਇਹਨਾਂ ਨੇ ਆਉਣਾ ਸੀਗਾ ਔਰ ਉੱਥੇ ਨੀਂਹ ਪੱਥਰ ਰੱਖਣਾ ਸੀਗਾ, ਪਰ ਬੀਜੇਪੀ ਤੋਂ ਭੀੜ ਨਹੀਂ ਇਕੱਠੀ ਹੋਈ। 600-700 ਬੰਦਾ ਆਇਆ, 1 ਲੱਖ ਕੁਰਸੀਆਂ ਲਾਈ ਗਈਆਂ ਹੈ। ਜਦੋਂ ਇਹਨਾਂ ਤੋਂ ਬੰਦਾ ਨਹੀਂ ਇਕੱਠਾ ਆਇਆ ਤੇ ਇਹਨਾਂ ਨੇ ਉਹ ਪ੍ਰੋਗਰਾਮ ਕੈਂਸਲ ਕਰ ਦਿੱਤਾ। ਹੁਣ ਮੈਂ ਤਾਂ ਉਹ ਜਿਹੜਾ ਉਹਨਾਂ ਦਾ ਕੈਂਸਲ ਕਰਨ ਦਾ ਪ੍ਰੋਗਰਾਮ ਸੀ, ਉਹ ਵੀ ਸ਼ੱਕ ਦੇ ਦਾਇਰੇ ਸੀ ਜੀ ਵੀ ਮੋਦੀ ਸਾਹਿਬ ਦਿੱਲੀ ਤੋਂ ਇੱਕ ਜਿਹੜਾ ਆਰਮੀ ਦਾ ਹੈਲੀਕਾਪਟਰ ਸੀ ਸਪੈਸ਼ਲ ਸੀ, ਉਹਦੇ 'ਤੇ ਉੱਡ ਕੇ ਬਠਿੰਡਾ 'ਤੇ ਆ ਸਕਦੇ ਸੀ, ਲੇਕਿਨ ਬਠਿੰਡੇ ਤੋਂ ਫਿਰੋਜ਼ਪੁਰ ਜਾਣ 'ਚ ਉਹਨਾਂ ਨੂੰ ਦਿੱਕਤ ਆ ਗਈ। ਔਰ ਮੈਂ ਤਾਂ ਦੇਖੋ, ਤੁਸੀਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੋਵੇਗਾ ਜਿਹਨੇ ਬਠਿੰਡੇ ਤੋਂ ਫਿਰੋਜ਼ਪੁਰ ਦਾ 100 ਕਿਲੋਮੀਟਰ ਤੋਂ ਦੇ ਕਰੀਬ ਦਾ ਸਫ਼ਰ ਹੈ, ਵੀ ਕਹਿੰਦੇ ਬਾਈ ਰੋਡ ਚੱਲਾਂਗੇ ਜੀ, ਵੀ ਜੇ ਉੱਥੇ ਆ ਸਕਦੇ ਤਾਂ ਉੱਡ ਕੇ। ਹਾਲਾਂਕਿ ਉਹਨਾਂ ਵਾਸਤੇ ਹੈਲੀਪੈਡ ਸਪੈਸ਼ਲ ਤਿਆਰ ਕੀਤੇ ਗਏ ਸੀ। ਇਹ ਵੀ ਕਿਹਾ ਸੀ ਕਿ ਸ਼ਾਇਦ ਮੌਸਮ ਦੀ ਕੰਡੀਸ਼ਨਸ ਜਿਹੜੀਆਂ ਫੇਵਰੇਬਲ ਨਹੀਂ ਸੀਗੇ ਹੈਲੀਕਾਪਟਰ। ਉਹੀ ਮੌਸਮ ਸੀਗਾ ਉਸ ਦਿਨ ਤਾਂ ਆਲ ਓਵਰ ਪੰਜਾਬ 'ਚ ਮੀਂਹ ਪੈ ਰਿਹਾ ਸੀਗਾ, ਸਾਰੇ ਪਾਸੇ ਸੀਗਾ। ਬਠਿੰਡੇ ਵੀ ਉਹੀ ਮੌਸਮ ਸੀ, ਬਠਿੰਡੇ ਆ ਸਕਦਾ ਜੀ। ਅੱਛਾ, ਜੇ ਬਠਿੰਡੇ ਦੇ ਮੰਨ ਕੇ ਚਲੋ ਜੇ ਉਹ ਹੈਲੀਕਾਪਟਰ ਨਹੀਂ ਉੜਿਆ ਤਾਂ ਮੈਂ ਕਹੂੰਗਾ ਫਿਰ ਸਾਡੇ ਦੇਸ਼ ਦੀ ਜਿਹੜੀ ਹੈ ਆਰਮੀ ਦੇ ਕੋਲ ਵੀ ਸਾਡੀ ਟੈਕਨੋਲੋਜੀ, ਇਹ ਬੀਜੇਪੀ ਕਹਿੰਦੀ ਵੀ ਅਸੀਂ ਜਿਹੜਾ ਬਖਾਨ ਕਰਦੇ ਨੇ, ਫਿਰ ਤਾਂ ਇਹਦਾ ਮਤਲਬ ਸਾਡੇ ਕੋਲ ਉਹ ਹੈਲੀਕਾਪਟਰ ਹੀ ਨਹੀਂ ਹੈਗੇ ਜਿਹੜੇ ਮੀਂਹ ਹਨੇਰੀ 'ਚ ਉੱਡ ਸਕਣ। ਫਿਰ ਤਾਂ ਇਹਨਾਂ ਦੀ ਦੂਜੇ ਪਾਸੇ ਵੀ ਨਾਕਾਮੀ ਹੈ। ਸੋ ਇਹਨਾਂ ਤੋਂ ਹੋਇਆ ਨਹੀਂ ਸੀ। ਅੱਜ ਮੈਂ ਸਦਨ ਦੇ ਵਿੱਚ ਇਹੀ ਗੱਲ ਕੀਤੀ ਸੀ ਕਿ ਭਾਈ, ਕਿਉਂਕਿ ਅਸ਼ਵਨੀ ਸ਼ਰਮਾ ਜੀ ਬੀਜੇਪੀ ਦੇ ਐਮਐਲਏ ਸਾਹਿਬਾਨ ਔਰ ਪੰਜਾਬ ਦੇ ਪ੍ਰੈਜ਼ੀਡੈਂਟ ਸੀਗੇ, ਵੀ ਭਾਈ ਆਪਾਂ ਐਂ ਕਰੀਏ, ਕ੍ਰੈਡਿਟ ਵਾਰ ਨੂੰ ਛੱਡੋ, ਆਪਾਂ ਕ੍ਰੈਡਿਟ ਵਾਰ ਨੂੰ ਭੁੱਲ ਜਾਓ, ਕ੍ਰੈਡਿਟ ਵਾਰ ਨੂੰ ਚੱਲਦੇ ਰਹਿਣ ਦਿਓ। ਇਹ ਲੋਕਾਂ ਨੇ ਫੈਸਲਾ ਕਰਨਾ ਐਟ ਦਾ ਟਾਈਮ ਆਫ ਇਲੈਕਸ਼ਨ ਵੀ ਇਹਦਾ ਕ੍ਰੈਡਿਟ ਕਿਹਨੂੰ ਮਿਲਣਾ ਚਾਹੀਦਾ। ਆਪਾਂ ਉਹਨੂੰ ਛੱਡ ਕੇ ਆਪਾਂ ਇਹਨੂੰ ਕੰਮ ਨੂੰ ਸ਼ੁਰੂ ਕਰਾਈਏ, ਲੋਕਾਂ ਨੂੰ ਬੈਸਟ ਜਿਹੜੀ ਹੈਲਥ ਫੈਸਿਲਿਟੀਜ਼ ਹੈ ਉਹ ਪ੍ਰੋਵਾਈਡ ਕਰਾਈਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਰਜਨੀਸ਼ ਜੀ, ਆਪਣਾ ਕੀਮਤੀ ਸਮਾਂ। ਥੈਂਕ ਯੂ। ਸਟੇਸ਼ਨ ਸਾਡੇ ਨਾਲ ਫਿਰੋਜ਼ਪੁਰ ਦਿਹਾਤੀ ਦੇ ਐਮਐਲਏ ਰਜਨੀਸ਼ ਦਹੀਆ, ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਬਜਟ ਦੇ ਵਿੱਚ ਮੇਨ ਮੁੱਦੇ 'ਤੇ ਗੱਲਬਾਤ ਹੋਈ। ਹਾਲਾਂਕਿ ਜਿਹੜਾ ਪੀਜੀਆਈ ਫਿਰੋਜ਼ਪੁਰ ਜਾਣ ਦੀ ਗੱਲ ਹੋ ਰਹੀ ਸੀ, ਉਸ ਬਾਬਤ ਵੀ ਗੱਲ ਕਰਦੇ ਨਜ਼ਰ ਆਏ। ਅਤੇ ਸਦਨ ਦੇ ਵਿੱਚ ਅੱਜ ਇਹ ਵੀ ਇੱਕ ਸੀਨ ਦੇਖਣ ਨੂੰ ਜ਼ਰੂਰ ਮਿਲਿਆ, ਜਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉੱਠੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਇਸ ਚੀਜ਼ ਲਈ ਵੀ ਸਾਥ ਦੇਵਾਂਗੇ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਇੰਦਰੁੱਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਡ ਕਰਵਾਓ। ਅਸੀਂ ਕਹਿੰਦੇ ਨਹੀਂ, ਕਰਕੇ ਦਿਖਾਉਨੇ ਆ। ਨੰਬਰ ਨੋਟ ਕਰੋ 9915 17717। ਸਮੱਸਿਆ ਜਿਵੇਂ ਲਵ ਮੈਰਿਜ, ਮਨਚਾਹਿਆ ਪਿਆਰ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਕਾਰੋਬਾਰ ਦਾ ਨਾ ਚੱਲਣਾ, ਗ੍ਰਹਿ ਕਲੇਸ਼, ਵਿਆਹ ਦੇ ਲਈ ਮਾਂ-ਬਾਪ ਦੀ ਮਨਜ਼ੂਰੀ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਦੇ ਵਿੱਚ ਪੱਕਾ ਹੋਣਾ, ਕੋਰਟ ਕਚਹਿਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ। ਸਵਾਲ ਪੁੱਛਣ ਦੀ ਕੋਈ ਫੀਸ ਨਹੀਂ। ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ। ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ। ਪਤਾ ਲੁਧਿਆਣਾ। ਨੰਬਰ ਨੋਟ ਕਰੋ 9915 17717। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।